ਕਰਦੇ ਸਨ। ਸੋ ਇਉਂ ਦੂਸਰੇ ਪੁੱਤਰ ਭਾਈ ਅਰੂੜ ਸਿੰਘ ਜੀ ਗ੍ਰਸਥੀ ਹਨ, ਪਰ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਨਾਮ ਬਾਣੀ ਦੇ ਸਿਮਰਨ ਵਿੱਚ ਰੰਗੇ ਹੋਏ। ਇੱਥੋਂ ਤੱਕ ਕਿ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਔਰ ਬਾਅਦ ਵਿੱਚ ਆਪਣੀ ਖੇਤੀਬਾੜੀ ਵੀ ਕਰਦੇ ਰਹੇ। ਭਾਈ ਅਰੂੜ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਆਨੰਦ ਕੌਰ ਜੀ ਦੇ ਨਾਲ ਹੋਇਆ ਔਰ ਪਤੀ ਪਤਨੀ ਗੁਰਮਤਿ ਦੀ ਰੰਗਣ ਵਿੱਚ ਐਸੇ ਰੰਗੇ ਕਿ ਰੋਜ਼ਾਨਾ 25 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ, ਸ੍ਰੀ ਸੁਖਮਨੀ ਸਾਹਿਬ ਪੰਜ ਗ੍ਰੰਥੀ ਦਾ ਨਿਤਨੇਮ, ਹੋਰ ਬੇਅੰਤ ਬਾਣੀ ਪੜ੍ਹਨੀ ਆਪ ਜੀ ਦਾ ਨਿਤਨੇਮ ਸੀ ਗੁਰੂ ਕੀ ਕਿਰਪਾ ਦੇ ਨਾਲ। ਸੋ ਭਾਈ ਅਰੂੜ ਸਿੰਘ ਜੀ ਦੇ ਘਰ ਬੀਬੀ ਆਨੰਦ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ 1902 ਈਸਵੀ 1959 ਸੰਮਤ ਵਿਕਰਮੀ ਸੋ ਫੱਗਣ ਦੀ ਸੰਗਰਾਂਦ ਤੇ ਮਾਘ ਦੇ ਪੁੰਨਿਆਂ ਦਾ ਦਿਹਾੜਾ 12 ਫਰਵਰੀ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਨਮ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਆਇਆ, ਗੁਰਪੂਰਾ ਭੇਟਿਓ ਵਡਭਾਗੀ ਮਨਹ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਇਉਂ ਗੱਗੇ ਅੱਖਰ ਤੋਂ ਗੁਰ ਮਰਜ਼ਾਦਾ ਅਨੁਸਾਰ ਆਪ ਜੀ ਦਾ ਨਾਮ ਗੁਰਬਚਨ ਸਿੰਘ ਰੱਖਿਆ ਔਰ ਜਨਮ ਲੈਣ ਵਾਲੇ ਦਿਨ ਹੀ ਘਰ ਅੰਦਰ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਇਆ ਗਿਆ। ਪਾਠੀ ਸਿੰਘ ਨੇ ਬੜੇ ਪ੍ਰੇਮ ਨਾਲ ਸੋ ਗੁਰੂ ਕੀ ਬਾਣੀ ਦਾ ਪਾਠ ਕੀਤਾ ਔਰ ਆਪ ਜੀ ਦੇ ਮਾਤਾ ਆਨੰਦ ਕੌਰ ਜੀ ਨੇ ਆਪ ਜੀ ਨੂੰ ਗੋਦੀ ਵਿੱਚ ਲੈ ਕੇ ਗੁਰੂ ਕੀ ਬਾਣੀ ਦਾ ਸਾਰਾ ਪਾਠ 40 ਦਿਨਾਂ ਵਿੱਚ ਸਰਵਣ ਕੀਤਾ। ਇਉਂ ਜਨਮ ਤੋਂ ਹੀ ਆਰੰਭ ਤੋਂ ਹੀ ਗੁਰੂ ਕੀ ਬਾਣੀ ਦਾ ਅਸਰ ਆਪ ਜੀ ਦੀ ਆਤਮਾ ਤੇ ਪਿਆ ਔਰ ਗੁਰਸਿੱਖੀ ਮਾਹੌਲ ਵਿੱਚ ਆਪ ਜੀ ਦੀ ਪਰਵਰਿਸ਼ ਆਰੰਭ ਹੋਈ। ਥੋੜੀ ਹੀ ਉਮਰ ਦੇ ਸਨ ਜਦੋਂ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਮਾਤਾ ਜੀ ਦੇ ਅਕਾਲ ਚਲਾਣੇ ਉਪਰੰਤ ਆਪ ਜੀ ਦੀ ਪਾਲਣ ਪੋਸ਼ਣ ਆਪ ਜੀ ਦੀ ਦਾਦੀ ਨੇ ਆਰੰਭ ਕੀਤਾ। ਕੁਝ ਸਮੇਂ ਬਾਅਦ ਦਾਦੀ ਜੀ ਵੀ ਅਕਾਲ ਚਲਾਣਾ ਕਰ ਗਏ ਤਾਂ ਆਪ ਜੀ ਦੇ ਭੂਆ ਸਾਹਿਬ ਕੌਰ ਜੀ ਜੋ ਕਿ ਕਿਸ਼ਨਪੁਰ ਵਿਖੇ ਵਿਆਹੇ ਹੋਏ ਸਨ, ਆਪ ਜੀ ਨੂੰ ਆਪਣੇ ਕੋਲ ਲੈ ਆਏ। ਇੱਥੇ ਕਿਸ਼ਨਪੁਰੇ ਰਹਿੰਦਿਆਂ ਭੂਆ ਦੀ ਦੇਖ ਰੇਖ ਹੇਠ ਹੀ ਆਪ ਜੀ ਦੀ ਪਾਲਣਾ ਪੋਸ਼ਣਾ ਹੋਈ। ਤਕਰੀਬਨ 7 ਸਾਲ ਦੀ ਉਮਰ ਕਿਸ਼ਨਪੁਰੇ ਵਿੱਚ ਸੋ ਇੱਕ ਸੰਸਕ੍ਰਿਤ ਦੇ ਬਹੁਤ ਮਹਾਨ ਵਿਦਵਾਨ ਪੰਡਤ ਰਹਿੰਦੇ ਸਨ। ਸੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੀ ਕੋਲੋਂ ਗੁਰਮੁਖੀ ਅੱਖਰਾਂ ਦੀ ਵਿਦਿਆ ਔਰ ਉਸ ਪੰਡਤ ਕੋਲੋਂ ਸੰਸਕ੍ਰਿਤ ਦੀ ਵਿਦਿਆ ਲੈਣੀ ਆਰੰਭ ਕੀਤੀ ਔਰ ਇਉਂ ਪੰਡਤ ਜੀ ਦੇ ਕੋਲ ਰਹਿ ਕੇ ਸੋ ਸੰਸਕ੍ਰਿਤ ਦੀ ਜਿੱਥੇ ਵਿਦਿਆ ਪ੍ਰਾਪਤ ਕੀਤੀ, ਉੱਥੇ ਨਾਲ ਦੇ ਨਾਲ ਹੀ ਹਿੰਦੂ ਧਰਮ ਗ੍ਰੰਥਾਂ ਦਾ ਵੀ ਪੂਰੀ ਤਰ੍ਹਾਂ ਮੁਤੱਲਿਆ ਅਧਿਐਨ ਉਸ ਛੋਟੀ ਜੀ ਉਮਰ ਵਿੱਚ ਹੀ ਕੀਤਾ। ਤਕਰੀਬਨ 9 ਸਾਲ ਦੀ ਉਮਰ ਤੱਕ ਸੋ ਇਹ ਵਿਦਿਆ ਇਹਨੇ ਥੋੜੇ ਸਮੇਂ ਵਿੱਚ ਪ੍ਰਾਪਤ ਕਰਕੇ ਆਪ ਜੀ ਆਪਣੇ ਪਿੰਡ ਅਖਾੜੇ ਆਏ ਔਰ ਅਖਾੜੇ ਪਿੰਡ ਦੇ ਵਿੱਚ ਆਪਣੇ ਸਤਿਕਾਰਯੋਗ ਤਾਇਆ ਬਾਬਾ ਕਾਹਨ ਸਿੰਘ ਜੀ ਪਾਸੋਂ ਗੁਰਮਤਿ ਦੀ ਵਿਦਿਆ ਲੈਣੀ ਆਰੰਭ ਕੀਤੀ। ਗੁਰੂ ਕੀ ਬਾਣੀ ਦੀ ਸੰਪੂਰਨ ਸੰਥਿਆ, ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਸੋ ਕੀਰਤਨ ਦਾ ਪ੍ਰੇਮ, ਹੋਰ ਗੁਰਮਤਿ ਦੇ ਜਿੰਨੇ ਇਤਿਹਾਸਕ ਗ੍ਰੰਥ ਹਨ, ਸਾਰੀ ਗੁਰਮਤਿ ਦੀ ਵਿਦਿਆ ਆਪ ਜੀ ਨੇ ਆਪਣੇ ਤਾਇਆ ਸਤਿਕਾਰਯੋਗ ਬਾਬਾ ਕਾਹਨ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਤਕਰੀਬਨ 18 ਸਾਲ ਦੀ ਉਮਰ ਹੋਈ। 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ ਔਰ ਸਮਾਂ ਪੈਣ ਤੇ ਭਾਈ ਭਗਵਾਨ ਸਿੰਘ ਜੀ, ਭਾਈ ਕਰਤਾਰ ਸਿੰਘ ਜੀ, 2 ਸੁਪੁੱਤਰਾਂ ਦਾ ਜਨਮ ਆਪ ਜੀ ਦੇ ਘਰ ਹੋਇਆ। ਸੋ ਆਨੰਦ ਕਾਰਜ ਤੋਂ ਥੋੜਾ ਸਮਾਂ ਹੀ ਬਾਅਦ ਸੋ ਆਪ ਜੀ ਦੇ ਨਗਰ ਅਖਾੜੇ ਵਿਖੇ 1920 ਈਸਵੀ ਵਿੱਚ ਸਿੰਘ ਸਭਾ ਦਾ ਸਮਾਗਮ ਹੋਇਆ। ਉਸ ਵੇਲੇ ਸਿੰਘ ਸਭਾ ਲਹਿਰ ਬੜੇ ਪੁਰਜੋਰਾਂ ਤੇ ਚੱਲ ਰਹੀ ਸੀ। ਸੋ ਤਤ ਗੁਰਮਤਿ ਸਿਧਾਂਤ ਦਾ ਪ੍ਰਚਾਰ, ਆਰੀਆ ਸਮਾਜੀਆਂ ਵੱਲੋਂ ਸਿੱਖੀ ਤੇ ਕੀਤੇ ਜਾ ਰਹੇ ਹਮਲੇ ਦਾ ਮੂੰਹ ਤੋੜਵਾ ਜਵਾਬ ਇਸ ਸਿੰਘ ਸਭਾ ਲਹਿਰ ਵੱਲੋਂ ਦਿੱਤਾ ਜਾ ਰਿਹਾ ਸੀ। ਸੋ ਭਾਈ ਸਾਹਿਬ ਭਾਈ ਦਿੱਤ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਸੰਤ ਮੱਘਰ ਸਿੰਘ ਜੀ ਰਾਮਗੜ੍ਹ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ, ਹੋਰ ਅਨੇਕਾਂ ਗੁਰਮੁਖ ਪਿਆਰੇ ਔਰ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੋ ਕਿ ਉਸ ਵੇਲੇ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਸਨ, ਉਹ ਵੀ ਸਿੰਘ ਸਭਾ ਦੇ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਸੋ ਜਿਸ ਵੇਲੇ 1920 ਈਸਵੀ ਵਿੱਚ ਅਖਾੜੇ ਪਿੰਡ ਵਿਖੇ ਸਿੰਘ ਸਭਾ ਦਾ ਸਮਾਗਮ ਹੋਇਆ, ਜਿੱਥੇ ਉੱਥੇ ਹੋਰ ਬੜੇ ਪਤਵੰਤੇ ਸੱਜਣ ਵਿਦਵਾਨ ਸੱਜਣ ਪਹੁੰਚੇ, ਤਕਰੀਰਾਂ ਹੋਈਆਂ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉੱਥੇ ਗੁਰਬਾਣੀ ਦਾ ਸ਼ਬਦ ਜੈਤ ਸ੍ਰੀ ਦੀ ਵਾਰ ਦਾ ਪਹਿਲਾ ਸ਼ਲੋਕ ਪੌੜੀ ਸਮੇਤ ਆਦ ਪੂਰਨ ਵੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਇਸ ਸ਼ਬਦ ਦੀ ਵਿਆਖਿਆ ਬੜੇ ਭਾਵਪੂਰਤ ਤਰੀਕੇ ਨਾਲ ਕੀਤੀ। ਮਹਾਂਪੁਰਖਾਂ ਦੀ ਰਚਨਾ ਤੋਂ ਇਸ ਸ਼ਬਦ ਦੀ ਵਿਆਖਿਆ ਸੁਣ ਕੇ ਸੋ ਤਕਰੀਬਨ 18 ਸਾਲ ਦੀ ਚੜ੍ਹਦੀ ਜਵਾਨੀ ਵਾਲੀ ਉਮਰ ਸ੍ਰੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਉਹ ਕਥਾ ਸੁਣ ਕੇ ਆਪ ਜੀ ਦੇ ਮਨ ਤੇ ਗਹਿਰਾ ਅਸਰ ਹੋਇਆ ਔਰ ਇਉਂ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਚਿੱਤ ਦੀ ਬਿਰਤੀ ਜੁੜੀ ਤੇ ਸਮਾਗਮ ਦੀ ਸਮਾਪਤੀ ਉਪਰੰਤ ਸੰਤ ਬਾਬਾ ਸੁੰਦਰ ਸਿੰਘ ਜੀ ਕੋਲ ਜਾ ਬੇਨਤੀ ਕੀਤੀ, ਜੀ ਕਿਰਪਾ ਕਰੋ
ब्रह्म विद्या दी दात बख्शो, आप जी दी संगत बख्शो, सो इउं गुरु के चरणों नाल मेरा प्रेम बने और निभे। महापुरखों ने उस वेले सिक्ख्या दित्ती, भाई गुरमत विच खंडे बाटे दा अमृत छकना ये बहुत जरूरी है। सतगुरु महाराज की चलाई हुई ये परपक रीत गुरु घर की मर्यादा। उस वेले पंजा प्यारियां पासों खंडे बाटे दा अमृत पान किया और फिर दमदमी टकसाल दे इस जथे विच आप जी पक्के तौर पर शामिल होए। हुण गुरमत की जिहड़ी ब्रह्म विद्या सी वो महापुरख संत बाबा सुंदर सिंह जी खालसा पिंडरा वालिया का पासों पढ़नी आरंभ की और जिन्ने भी कोई वेदांत के ग्रंथ हैं, जिन्ने होर वड्डे वड्डे ज्ञान के ग्रंथ हैं, वो सारे ग्रंथ भावर सामृत, अध्यात्म प्रकाश, चणाका राजनीति, भावर सामृत, इसे तरह सो होर जिन्ने भी ग्रंथ जिन्हां तो मनुख नूं कुछ ना कुछ सेध मिलती है वो सारे भी पढ़े। इसे तरह मोक्ष पंथ, विरती प्रभाकर आदि ग्रंथां दा और श्री गुरु ग्रंथ साहिब जी की बाणी की संपूर्ण कथा, भाई साहब भाई गुरदास दियां वारां दी कथा, भाई नंद लाल जी की पवित्र जिन्नी बाणी है उस दे अर्थ व्याख्या, श्री दसम ग्रंथ साहिब जी की बाणी की अर्थ व्याख्या, ये सारी ब्रह्म विद्या महापुरुष संत बाबा सुंदर सिंह जी खालसा पिंडरा वालिया पासों आप जी ने प्राप्त की। जिथे आप जी इस विद्या दे विच निपुण होए, नाल दी नाल नाम बाणी विच आप जी दा मन हर वेले रंगिया रहिंदा है। बाणी सिमरन दे विच और सेवा दे विच हर वेले तत्पर रहिंदे, जिस करके आप जी नूं ब्रह्म अवस्था की प्राप्ति हुई। और महापुरुष संत बाबा सुंदर सिंह जी खालसा पिंडरा वाले आप जी की लगन, आप जी की सेवा अते सिमरन तो बहुत ज्यादा प्रसन्न होए और विशेष बख्शिशां आप जी ते कीतियां। बोपा राय नगर विखे महापुरुष संत बाबा सुंदर सिंह जी खालसा पिंडरा वालिया ने सो अपना टिकाणा रखिया। सिख संगतां नूं गुरबाणी की कथा सुना रहे सन। उस वेले अपने समुचे विद्यार्थियों नूं परखण दे वास्ते कि किन्नी किन्नी विद्या इन्हां ने पढ़ी, की जथे विच रह के हासिल कीता है। सो उस वेले आप जी ने सो सारियां नूं ये बुला के अपने विद्यार्थियों नूं कहा, भाई जो तुसीं विद्या पढ़ी है तुहाडी परख करना चाहुंदे आ। सो श्री जपजी साहिब अमृत बाणी जो श्री गुरु नानक देव जी की है, अमृत रूप गुरु की पावन पवित्र बाणी का जो सिद्धांत है, 5 मिनटां दे विच विच सारे श्री जपजी साहिब का सिद्धांत साडा कोई विद्यार्थी सिंह सानू सुनावे। बड़े बड़े विद्वान सिंघां ने कोशिश की पर 5 मिनटां विच जपजी साहिब का पूर्ण सिद्धांत सुनाउण विच सफलता प्राप्त ना होई। अखीर महापुरुष संत बाबा गुरबचन सिंह जी खालसा जी की वारी आई, बेनती की, महापुरखो जे आप जी का वजन होवे तां कविता उचारण करके सुणाउंदा हां। सो महापुरुष संत बाबा सुंदर सिंह जी ने आग्ञा दी। श्री जपजी साहिब जी का जो सिद्धांत है आप जी ने सो बाकी सारे जेड़े विद्यार्थी सन वो तां आम बोल के नहीं सन सुना सके, आप जी ने कविता विच उचारण करके 3.5 मिनट विच पूरा जपजी साहिब का सिद्धांत सुनाया। ऐसे आप जी विद्वता के भंडारे बने। महापुरुषों की बहुत खुशी आप जी नूं मिली, प्रसन्नता मिली। सो आप जी ने पवित्र ग्रंथ गुरमुख प्रकाश कविता दे विच रचिया है। ਉਹ ਜਿਹੜੀ कविता श्री जपजी साहिब के सिद्धांत ਨੂੰ ਸੁਣਾਉਂਦਿਆਂ ਹੋਇਆਂ आप जी ने लिखी, ਉਹ गुरमुख प्रकाश ग्रंथ ਦੇ ਵਿੱਚ अंकित है। इस तो पहला भी आप जी उपर महान बख्शिश भिंडर कला विखे हुई। जदों आप जी समेत कुछ होर ਸਿੰਘਾਂ ने महापुरुष संत बाबा सुंदर सिंह जी खालसा भिंडरा वालियां कोल यह बेनती की सी कि महापुरखो गुरु की बाणी का फरमान है, धरत आकाश पाताल है मेरी जिंदड़िए, सब हर हर नाम त्यागै राम। धरती पाताल आकाश सारे वाहिगुरु का नाम ध्याउंदे ने। महापुरखो कृपा करो कोई ऐसा आत्मिक झलकारा, ऐसी आनंद अवस्था का कोई झलकारा आप जी कृपा करके दिखाओ। सो 8 ਸਿੰਘਾਂ ने बाबा सुंदर सिंह जी की हजूरी विच यह बेनती की सी। उस वेले उन्हां 8 ਸਿੰਘਾਂ ਨੂੰ आप जी ने केसी इशनान करने वास्ते कहा। केसी इशनान करके सुच्चे वस्त्र पहन के तैयार बर तैयार होकर जदों आप जी कोल पहुंचे तां संत बाबा सुंदर सिंह जी आप जी नूं सो गुरुद्वारा भिंडर कलां जो अखंड प्रकाश गुरुद्वारा साहिब है, अकाल कुटिया धन सतगुरु श्री गुरु ग्रंथ साहिब की पावन हजूरी विच लिजा के खड़े करके आप महापुरखां अरदास बेनती की, है सतगुरु सच्चे पातशाह आप जी दे सिमरन दे आनंद की अवस्था का रस आप जी दे साज नवाजे ये सिंह चखना चाहुंदे ने। इन्हां ते मेहर करो, कृपा करो, बख्शिश करो, इन्हां नूं उस आत्मिक आनंद का रस थोड़ा जिहा नमूना आप जी कृपा करके दिखाओ। श्री गुरु ग्रंथ साहिब के चरणों में यह अरदास बेनती करके संत बाबा सुंदर सिंह जी ने उन्हां 8 ही ਸਿੰਘਾਂ ਨੂੰ जिन्हां विच संत बाबा गुरबचन सिंह जी और संत बाबा हरनाम सिंह जी पातशाह जोगेवाल वाले भी शामिल ने,
ਉਹਨਾਂ 8 ਸਿੰਘਾਂ ਨੂੰ ਅਕਾਲ ਕੁਟੀਆ ਜੋ ਕਮਰਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸੋ ਕੰਧਾਂ ਦੇ ਨਾਲ ਕੰਨ ਲਾਉਣ ਵਾਸਤੇ ਕਿਹਾ। ਜਿਸ ਵੇਲੇ ਕੰਧਾਂ ਨਾਲ ਕੰਨ ਲਾਏ ਸਾਧ ਸੰਗਤ ਦੀ, ਸਾਰੇ ਸਿੰਘ ਉੱਥੇ ਮਸਤ ਹੋ ਗਏ। ਕੰਧਾਂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਸੁਣਾਈ ਦੇਣ ਲੱਗਾ। ਆਨੰਦ ਵਿੱਚ ਇੰਨੇ ਮਸਤ ਹੋਏ, ਆਪਣੇ ਸਰੀਰਾਂ ਦੀ ਵੀ ਸੁੱਧ ਬੁੱਧ ਭੁੱਲ ਗਈ। ਨਾ ਕੋਈ ਸਰੀਰਕ ਕਿਰਿਆ ਦਾ ਖਿਆਲ, ਨਾ ਭੁੱਖ ਨਾ ਤੇ। ਸਾਧ ਸੰਗਤ ਜੀ 8 ਦਿਨ ਲਗਾਤਾਰ ਉਹ ਸਿੰਘ ਇਉਂ ਕੰਧਾਂ ਦੇ ਨਾਲ ਲੱਗੇ ਕੰਧਾਂ ਵਿੱਚੋਂ ਜਾਪ ਸੁਣਦੇ ਰਹੇ ਔਰ ਆਨੰਦ ਦੀ ਅਵਸਥਾ ਦੇ ਵਿੱਚ ਮਗਨ ਰਹੇ ਸਨ। ਐਸੀ ਮਹਾਨ ਬਖਸ਼ਿਸ਼ ਗੁਰੂ ਮਹਾਰਾਜ ਜੀ ਦੀ ਹੋਈ। 8 ਦਿਨਾਂ ਬਾਅਦ ਫਿਰ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਇਹਨਾਂ ਨੂੰ ਹਟਾ ਕੇ ਫਿਰ ਕੇਸੀ ਇਸ਼ਨਾਨ ਕਰਾ ਕੇ ਪਹਿਲਾਂ ਵਾਲੀ ਅਵਸਥਾ ਵਿੱਚ ਲੈ ਆਂਦਾ। ਆਪ ਜੀ ਨੇ ਬੇਨਤੀ ਕੀਤੀ, ਮਹਾਂਪੁਰਖੋ ਇਸ ਅਵਸਥਾ ਵਿੱਚ ਬੜਾ ਆਨੰਦ ਆ ਰਿਹਾ ਸੀ, ਆਪ ਜੀ ਇਸੇ ਅਵਸਥਾ ਵਿੱਚ ਰਹਿਣ ਦਿੰਦੇ, ਵਿਛੋੜ ਕਿਉਂ ਲਿਆ? ਤਾਂ ਸੰਤ ਬਾਬਾ ਸੁੰਦਰ ਸਿੰਘ ਨੇ ਵਚਨ ਕੀਤਾ ਸੀ ਕਿ ਗੁਰਮੁਖ ਪਿਆਰਿਓ, ਜਦ ਬੱਚਾ ਛੋਟਾ ਹੁੰਦਾ ਹੈ ਤਾਂ ਪਿਤਾ ਉਸ ਨੂੰ ਆਪਣੇ ਮੋਢਿਆਂ ਦੇ ਉੱਪਰ ਚੁੱਕ ਕੇ ਮੇਲਾ ਵਿਖਾਉਂਦਾ ਹੈ ਔਰ ਆਪਣੇ ਪਿਤਾ ਦੇ ਮੋਢਿਆਂ ਦਾ ਸਹਾਰਾ ਲੈ ਕੇ ਬੱਚਾ ਉਸ ਮੇਲੇ ਦਾ ਆਨੰਦ ਮਾਣਦਾ ਹੈ। ਪਰ ਮੇਲੇ ਦਾ ਅਸਲੀ ਆਨੰਦ ਉਦੋਂ ਆਉਂਦਾ ਹੈ ਜਦ ਉਹ ਵੱਡਾ ਹੋ ਕੇ ਆਪਣੇ ਪੈਰੀ ਆਪ ਤੁਰ ਕੇ ਉਸ ਮੇਲੇ ਨੂੰ ਤੱਕੇ। ਭਾਈ ਇਹ ਪਰਮੇਸ਼ਰ ਦੇ ਮਿਲਾਪ ਦਾ ਆਨੰਦ, ਵਾਹਿਗੁਰੂ ਦੇ ਸਿਮਰਨ ਦਾ ਆਨੰਦ, ਗੁਰੂ ਕੀ ਕਿਰਪਾ ਨਾਲ ਇਸ ਦੀ ਝਲਕ ਤੁਹਾਨੂੰ ਦਿਖਾਈ ਹੈ। ਹੁਣ ਆਪ ਸਿਮਰਨ ਬੰਦਗੀ ਦੀ ਮਿਹਨਤ ਕਰਕੇ ਇਸ ਅਵਸਥਾ ਤੇ ਪਹੁੰਚੋ ਤੇ ਇਸ ਆਨੰਦ ਨੂੰ ਮਾਣੋ। ਮਹਾਂਪੁਰਖਾਂ ਦੇ ਇਹਨਾਂ ਬਚਨਾਂ ਨੂੰ ਆਪ ਜੀ ਨੇ ਸਫਲਿਆ ਕੀਤਾ। ਸੇਵਾ ਤੇ ਸਿਮਰਨ ਵਿੱਚ ਇੰਨੇ ਲੀਨ ਹੋਏ ਕਿ ਆਪ ਉਸ ਬ੍ਰਹਮ ਅਵਸਥਾ ਦੇ ਵਿੱਚ ਪਹੁੰਚੇ। ਤੇ ਬੋਪਾ ਰਾਏ ਵਿਖੇ ਜਦ ਆਪ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਸਿਧਾਂਤ ਕਵਿਤਾ ਰੂਪ ਵਿੱਚ 3.5 ਮਿੰਟ ਆਪ ਜੀ ਨੂੰ ਸੁਣਾਇਆ, ਪੜ੍ਹੀ ਹੋਈ ਵਿਦਿਆ ਸਫਲੀ ਕਰ ਦਿਖਾਈ, ਤਾਂ ਉਸ ਵੇਲੇ ਆਪ ਜੀ ਦੀ ਘਾਲ ਸੇਵਾ ਔਰ ਅਵਸਥਾ ਵਿਦਵਤਾ ਤੋਂ ਪ੍ਰਸੰਨ ਹੋ ਕੇ ਦਮਦਮੀ ਟਕਸਾਲ ਦੀ ਜਥੇਦਾਰੀ ਦੀ ਸੇਵਾ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਨੇ ਆਪ ਜੀ ਨੂੰ ਸੌਂਪ ਦਿੱਤੀ ਔਰ ਨਾਲ ਹੀ ਬਚਨ ਕੀਤਾ ਕਿ ਜਦੋਂ ਤੱਕ ਵੀ ਸਰੀਰ ਦੇ ਵਿੱਚ ਪ੍ਰਾਣ ਹਨ, ਆਈ ਉਦੋਂ ਤੱਕ ਇਹ ਸੇਵਾ ਨਿਭਾਉਂਦੇ ਰਹਿਣਾ, ਕਦੇ ਇਸ ਸੇਵਾ ਤੋਂ ਢਿੱਲ ਨਹੀਂ ਕਰਨੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਕਥਾ ਆਪ ਮਹਾਂਪੁਰਖਾਂ ਨੇ ਆਪ ਜੀ ਦੇ ਪਾਸੋਂ ਸੁਣੀ। ਬੋਪਾ ਰਾਏ ਵਿਖੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਗੁਰਬਾਣੀ ਦੀ ਕਥਾ ਕਰਦੇ, ਸੰਤ ਬਾਬਾ ਸੁੰਦਰ ਸਿੰਘ ਜੀ ਆਪ ਬੈਠ ਕੇ ਸੁਣਿਆ ਕਰਦੇ। ਇਉਂ ਆਪ ਜੀ ਨੂੰ ਗੁਰਮਤਿ ਦੀ ਵਿਦਿਆ ਵਿੱਚ ਸੰਤ ਬਾਬਾ ਸੁੰਦਰ ਸਿੰਘ ਨੇ ਪ੍ਰਪੱਕ ਕੀਤਾ ਔਰ ਫਿਰ ਇਹ ਸੇਵਾ ਜੋ ਟਕਸਾਲ ਦੀ ਸੀ ਆਪ ਜੀ ਨੂੰ ਸੌਂਪ ਕੇ ਬੋਪਾ ਰਾਏ ਨਗਰ ਵਿਖੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਅਕਾਲ ਚਲਾਣਾ ਕੀਤਾ। ਸੋ ਪਰਮੇਸ਼ਰ ਦੇ ਵਿੱਚ ਅਭੇਦ ਹੋਏ। ਮਹਾਂਪੁਰਖਾਂ ਦੇ ਅਕਾਲ ਚਲਾਣੇ ਉਪਰੰਤ ਸੋ ਉੱਥੇ ਬੋਪਾ ਰਾਏ ਨਗਰ ਵਿਖੇ ਹੀ 3 ਕਥਾ ਆਪ ਜੀ ਨੇ ਗੁਰੂ ਕੀ ਬਾਣੀ ਦੀਆਂ ਕੀਤੀਆਂ ਤੇ ਫਿਰ ਪਹਿਲਾਂ ਦੀ ਤਰ੍ਹਾਂ ਭਿੰਡਰ ਕਲਾਂ ਨਗਰ ਨੂੰ ਹੀ ਆਪਣਾ ਮੁੱਖ ਕੇਂਦਰ ਬਣਾ ਕੇ ਇੱਥੋਂ ਹੀ ਦਮਦਮੀ ਟਕਸਾਲ ਦੀਆਂ ਪ੍ਰਚਾਰ ਸਰਗਰਮੀਆਂ ਨੂੰ ਜਾਰੀ ਰੱਖਿਆ ਔਰ ਸਮੁੱਚੇ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਗੁਰੂ ਕੀ ਬਾਣੀ ਦੀਆਂ ਕਥਾ ਸੁਣਾ ਕੇ ਤੇ ਤਤ ਗੁਰਮਤਿ ਦਾ ਪ੍ਰਚਾਰ ਕਰਕੇ ਆਪ ਜੀ ਨੇ ਬੇਅੰਤ ਜੀਵਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਧਾਰਮਿਕ ਵਿਦਿਆ ਦੇ ਆਪ ਜੀ ਸੋ ਦਾਤੇ ਬਣੇ, ਬ੍ਰਹਮ ਵਿਦਿਆ ਦੇ ਦਾਤੇ ਸੋ ਪੰਥ ਰਤਨ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬੇਅੰਤ ਹੀ ਗੁਰਮੁਖਾਂ ਪਿਆਰਿਆਂ ਨੂੰ ਜਥੇ ਵਿੱਚ ਰੱਖ ਕੇ ਗੁਰਬਾਣੀ ਦੇ ਅਰਥ ਪੜ੍ਹਾਉਂਦਿਆਂ ਮਹਾਨ ਗੁਰਮਤਿ ਦੇ ਵਿਦਵਾਨ ਬਣਾਇਆ, ਪ੍ਰਚਾਰਕ ਬਣਾਇਆ। ਅੱਜ ਵੀ ਖਾਲਸਾ ਪੰਥ ਦੇ ਮਹਾਨ ਅਸਥਾਨਾਂ ਤੇ ਖਾਲਸਾ ਜੀ ਦੇ ਤਖਤਾਂ ਤੇ ਮਹਾਂਪੁਰਖਾਂ ਦੇ ਵਿਦਿਆਰਥੀ ਜੋ ਹਨ ਸਿੰਘ ਸਾਹਿਬਾਨਾਂ ਦੇ ਗ੍ਰੰਥੀ ਸਾਹਿਬਾਨਾਂ ਦੇ ਰੂਪ ਵਿੱਚ ਸੇਵਾ ਕਰ ਰਹੇ ਨੇ ਔਰ ਇਸੇ ਪ੍ਰਕਾਰ ਹੋਰ ਵੀ ਬੇਅੰਤ ਆਪ ਜੀ ਦੀਆਂ ਸੇਵਾਵਾਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣਾ। ਜਿਸ ਵੇਲੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੁਝ ਵਿਦਵਾਨਾਂ ਦੇ ਕਹਿਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਗੁਰਬਾਣੀ ਦੇ ਮੰਗਲਾਂ ਵਿੱਚ ਤਬਦੀਲੀ ਕਰਨ ਦਾ ਯਤਨ ਆਰੰਭਿਆ ਗਿਆ। ਸੋ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਜਾਂ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਪੂਰਨ ਮਹਾਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰ ਇਹ ਮੰਗਲ ਮਹੱਲੇ ਤੋਂ ਪਹਿਲਾਂ ਆਇਆ ਹੈ ਤੇ ਕਈ ਵੇਰ ਬਾਅਦ ਵਿੱਚ ਆਇਆ ਹੈ। ਪਰ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲਿਆਂ ਨੇ ਇਹ ਗੱਲ ਉਠਾਈ ਕਿ ਇਹ ਮੰਗਲ ਹਰ ਵਾਰ ਜੋ ਹੈ ਇਹ ਮਹੱਲੇ ਤੋਂ ਪਹਿਲਾਂ ਹੋਣਾ ਚਾਹੀਦਾ, ਮੰਗਲਾਂ ਦੀ ਇਕਸਾਰਤਾ ਹੋਣੀ ਚਾਹੀਦੀ ਹੈ। ਗੱਲ ਕੀ ਕਿ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਬਹੁਤੇ ਸਿਆਣੇ ਸਮਝਿਆ। ਸਤਿਗੁਰਾਂ ਦੀ ਆਪਣੀ ਮੌਜ ਹੈ, ਕਿਤੇ ਇਹ ਮੰਗਲ ਮਹੱਲੇ ਤੋਂ ਪਹਿਲਾਂ ਕਿਤੇ ਬਾਅਦ ਵਿੱਚ, ਪਰ ਉਹ ਵਿਦਵਾਨ ਕਹਿਣ ਲੱਗੇ ਕਿ ਇਹਦੇ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਮੰਗਲ ਸਾਰੇ ਥਾਂ ਤੇ ਮਹੱਲੇ ਤੋਂ ਪਹਿਲਾਂ ਹੋਣੇ ਚਾਹੀਦੇ ਨੇ ਔਰ ਇਸ ਕਾਰਜ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ ਸਹਿਮਤੀ ਦਿੱਤੀ ਔਰ ਇੱਥੋਂ ਤੱਕ ਕਿ ਉਸ ਰੂਪ ਉਸ ਤਰਤੀਬ ਵਿੱਚ ਛਾਪੇ ਜਾਣ ਲਈ ਬਲਾਕ ਵੀ ਤਿਆਰ ਕਰ ਲਏ ਗਏ ਸੀ।
पर महापुरखा ने इस गल की पुरजोर विरोधता की। भाई पूरे का किया सब किश पूरा, घट वध किश नाही। सो पूर्ण परमेश्वर के रूप पूर्ण सतगुरां ने जो कीता है वो ठीक कीता है, ना कोई उहदे विच गलती है, ना कोई घाटा वाधा करने की गुंजाइश है। श्री गुरु ग्रंथ साहिब के स्वरूप जिस तरतीब विच जिस रूप विच सतगुरु महाराज ने लिखाए हैं, उसे ही तरतीब उसे रूप विच रहने चाहिए ने। किसी नूं हक नहीं उहदे विच वाध घाट करन दा। श्रोमणी कमेटी ने जिद पकड़ लई, इधर महापुरखा ने भी सतगुरां दी इस बेअदबी के विरुद्ध मोर्चा ला दिता कि उस वेले होर परमेश्वर के प्यारे जिन्ने महापुरख गुरमत के प्रचार दे विच रुझे हुए सन, महापुरख संत बाबा ईश्वर सिंह जी राणे वाले, महापुरख संत बाबा ईश्वर सिंह जी नानकसर वाले, महापुरख संत बाबा हरि सिंह जी कहारपुर वाले, होर अनेका महापुरख समुचे संत समाज की इकत्रता आप जी ने बुलाई। और इउं संत समाज की इकत्रता करके इस सारे सो कारज का मुखी संत बाबा हरि सिंह जी कहारपुर वालियां नूं थापिया गया। संत बाबा हरनाम सिंह जी जैन वाले और होर महापुरख सारियां इकट्ठियां होकर श्रोमणी कमेटी वालों की जा रही गुरु की इस बेअदबी के विरुद्ध रल के आवाज उठाई। सो इउं मोर्चा लाया। श्रोमणी कमेटी वालों सच दे लाए हुए इस मोर्चे नूं कचज्जे मोर्चे का नाम दिता गया, पर महापुरखा ने पैर पिछे नहीं पाया, बल्कि श्री गुरु ग्रंथ साहिब के स्वरूप की पवित्रता नूं, गुरु ग्रंथ साहिब के स्वरूप की प्रातन तरतीब नूं कायम रखण दे वास्ते इन्नी तत्परता विखाई, जिस दे सिੱਟੇ वजों अखीर श्रोमणी कमेटी नूं झुकना पिया। और धन सतगुरु श्री गुरु ग्रंथ साहिब के स्वरूप सतगुरां दे लिखे हुए मुताबिक ही फिर अगों तो छापे गए। सो उस वेले ਜਿਹੜੇ ਬਲਾਕ ਤਿਆਰ ਕੀਤੇ ਗਏ ਸਨ, जे ਉਹ ਬਲਾਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਛਾਪਣ ਵਾਸਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਵਜਿਦ ਸੀ। ਮਹਾਂਪੁਰਖਾਂ ਨੇ ਉਸ ਵੇਲੇ ਸੋ ਭਵਿੱਖ ਵਿੱਚ ਬਣਨ ਵਾਲੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ और संत बाबा जरनैल सिंह जी की ड्यूटी लाई कि उन्हां ਬਲਾਕਾਂ ਨੂੰ श्रोमणी कमेटी के दफ्तर विचों किसी तरीके कढ़िया जाए ताकि इउं गुरु ग्रंथ साहिब के स्वरूप नूं बदल के प्रकाशित करने में किसी की कामयाबी ना हो। इत्थे मैं ये भी बेनती करा, महापुरुष संत बाबा जरनैल सिंह के रूप विच कौम नूं अदुੱਤੀ हीरा भी धन महापुरुष संत बाबा गुरबचन सिंह ने अपनी पार भूमिका दे नाल दिता। हर साल सो रोडे पिंड विखे गुरमत प्रचार वास्ते जत्था लैके आप जी जाया करते सन और रोडे पिंड के वसनीक जथेदार बाबा जोगिंदर सिंह जी, जिन्हां दा परिवार शुरू तो ही पंथक परिवार रहा है और सिख लहर के गुरुद्वारा सुधार लहर के मोर्चों में भी जिन्हां ने बहुत भारी सेवा की, वो जथे की सेवा करया करते सन। बाबा जोगिंदर सिंह जी नूं एक बार महापुरुष संत बाबा गुरबचन सिंह ने पूछा सी तुहाडे किन्ने पुत्र ने? सो बाबा जोगिंदर सिंह दीआं 2 शादियां होईयां सन। सो एक पहले सो महल तो पहली सुपत्नी तो 5 पुत्र सन और दूसरी सुपत्नी तो सो माता निहाल कौर जी, वड्डे भाई वीर सिंह जी ते छोटे संत बाबा जरनैल सिंह जी। सो बाबा जोगिंदर सिंह जी ने बेनती की जी 7 पुत्र हैं। महापुरखा ने कहा एक सानू दे दिओ। उस वेले बिना झिझक अपने 7 पुत्र लिया अगे खड़े किए सन। महापुरखो जिहड़ा मर्जी लै लवो। उस वेले अपनी पार भूमिका दे नाल संत बाबा गुरबचन सिंह जी ने संत जरनैल सिंह के सीस ते हथ रखिया, कहण लगे ये साडे काम आवेगा और ये खालसा पंथ की बड़ी महान भारी सेवा करेगा। इउं आप जी ने संत जरनैल सिंह नूं जथे विच शामिल कीता सी। आप जी की अदुੱਤੀ पार भूमिका ने कौम नूं एक बड़मुला हीरा बख्शिश कीता है। सो उस वेले जदों श्रोमणी कमेटी वालों वो मंगल छापे गए सन, संत करतार सिंह जी दी और संत जरनैल सिंह जी दी जो कि जथे विच विद्यार्थियों के तौर पर विचर रहे सन, महापुरुष संत बाबा गुरबचन सिंह ने सेवा लाई, भाई तुसीं वो ब्लाक जिहड़े बनाए गए हैं वो उत्थों कढ के लियाउणे ने। संत बाबा करतार सिंह जी जो भाई करतार सिंह के रूप में आप जी के गड़बई की सेवा करया करते सन, कहण लगे महापुरखो उत्थे पहरे लगे होणगे, श्रोमणी कमेटी के अहुदेदार उत्थे बैठे हुए होणगे और किसी भी प्रकार किसी ने वो ब्लाक उथों लैण नहीं देने, किवें कड्डांगे। सो उस वेले संत बाबा गुरबचन सिंह जी ने वाहिगुरू वालों बख्शिश कीतियां हुईयां अपार शक्तियां दे राहीं गुर चरणां विच अरदास बेनती करके ये कहा सी, करतार सिंह जरनैल सिंह जी तुसीं सारियां नूं वेखोगे पर तुहानूं कोई वेख नहीं सकेगा। सो ये बख्शिश भरिया वचन कीता सी। उस वेले संत करतार सिंह ते संत जरनैल सिंह दमदमी टकसाल के तत्कालीन मुखी की अगवाई हेठ टकसाल के अगले भविख के 2 मुखी महान कारज वास्ते चल पे
और इਉਂ श्रोमणी कमेटी के दफ्तर विचों सारे ब्लाक कढ के ਅੰਮ੍ਰਿਤਸਰ ਦੇ ਵਸਨੀਕ ਮਾਈ ਝਾਈ ਦੇ ਚੁਬਾਰੇ ਵਿੱਚ ਰੱਖਣੇ ਆਰੰਭ ਕੀਤੇ ਸਨ। ਪਰ ਜਦ ਬਲਾਕਾਂ ਦੇ ਭਾਰ ਨਾਲ ਚੁਬਾਰਾ ਜੋ ਸੀ ਉਹ ਦੱਬਣਾ ਸ਼ੁਰੂ ਹੋਇਆ, ਭਾਰ ਨਾ ਝੱਲ ਸਕਿਆ, ਤਾਂ ਉਸ ਵੇਲੇ ਮਹਾਂਪੁਰਖਾਂ ਦੇ ਕਹਿਣ ਤੋਂ ਰਾਮਸਰ ਸਰੋਵਰ ਦੇ ਵਿੱਚ ਉਹਨਾਂ ਬਲਾਕਾਂ ਨੂੰ ਰੱਖਿਆ ਸੀ। ਸੋ ਇਉਂ ਸਾਰੇ ਬਲਾਕ ਉੱਥੋਂ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਸਰੂਪ, ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦਾ ਮਹਾਨ ਯਤਨ ਕੀਤਾ, ਜਿਸ ਦੇ ਸਦਕਾ ਸੋ ਬੁੱਧੀਜੀਵੀਆਂ ਦੀ ਉਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਤਰਤੀਬ ਵਿੱਚ ਫਰਕ ਪਾਉਣ ਦੀ ਚਾਲ ਸੀ, ਉਹ ਮੰਗਲਾਂ ਦੇ ਵਿੱਚ ਜਿਹੜੀ ਉਹ ਤਰਤੀਬ ਬਦਲਣ ਦੀ ਚਾਲ ਸੀ, ਉਹ ਕਾਮਯਾਬ ਨਾ ਹੋਈ। ਔਰ ਇਉਂ ਸਤਿਗੁਰੂ ਮਹਾਰਾਜ ਦੇ ਸਰੂਪ ਦੀ ਅਖੰਡਤਾ ਨੂੰ, ਗੁਰੂ ਕੇ ਸਰੂਪ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਵਾਸਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣਾ ਮਹਾਨ ਯੋਗਦਾਨ ਪਾਇਆ। ਸੋ ਇਉਂ ਗੁਰਮਤਿ ਦਾ ਪ੍ਰਚਾਰ ਕਰਦਿਆਂ ਥਾਵਾਂ ਥਾਵਾਂ ਤੇ ਵਿਚਰ ਕੇ ਸਾਧ ਸੰਗਤ ਜੀ 37 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਪ ਨੇ ਕੀਤੀਆਂ। ਭਾਵ 37 ਵੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਕਰ ਕਰਕੇ ਆਪ ਜੀ ਨੇ ਸੰਗਤਾਂ ਨੂੰ ਸੁਣਾਈ। ਔਰ ਆਪ ਜੀ ਦੇ ਬਚਨਾਂ ਦੇ ਵਿੱਚ ਗੁਰੂ ਕੀ ਬਾਣੀ ਦੀ ਕਥਾ ਦੀ ਵਿਆਖਿਆ ਦੇ ਵਿੱਚ ਇੰਨਾ ਰਸ ਹੁੰਦਾ ਸੀ ਕਿ ਜਿਹੜਾ ਕੋਈ ਇੱਕ ਵਾਰ ਸੁਣ ਲੈਂਦਾ ਉਸ ਦਾ ਮਨ ਮੋਹਿਆ ਜਾਂਦਾ, ਖਿੱਚਿਆ ਜਾਂਦਾ, ਔਰ ਜ਼ਰੂਰ ਬਰ ਜ਼ਰੂਰ ਮਨਾਂ ਤੇ ਅਸਰ ਹੋ ਕੇ ਹਿਰਦੇ ਵਿੱਚ ਗੁਰਮਤਿ ਦੀ ਕਿਣਗ ਫੁੱਟ ਉੱਠਦੀ ਸੀ। ਸੋ ਦਾਸ ਦੇ ਆਪਣੇ ਨਗਰ ਦੀ ਗੱਲ ਹੈ, ਗੁਰਦਾਸਪੁਰ ਜ਼ਿਲ੍ਹੇ ਵਿੱਚ ਬੁੱਟਰ ਕਲਾਂ ਪਿੰਡ ਹੈ। ਸੋ ਇੱਥੇ ਮਹਾਂਪੁਰਖ 2-2 ਮਹੀਨੇ ਰਹਿ ਕੇ ਗੁਰਬਾਣੀ ਦੀ ਕਥਾ ਕਰਦੇ ਰਹੇ ਨੇ। ਔਰ ਇਸੇ ਪ੍ਰਕਾਰ ਦਾਸ ਦੇ ਦਾਦਾ ਜੀ ਨੂੰ ਔਰ ਸਾਡੇ ਪਿੰਡ ਦੇ ਸੋ ਮਹਾਨ ਗੁਰਮੁਖ ਪਿਆਰੇ ਜਥੇਦਾਰ ਬਾਪੂ ਅਮਰ ਸਿੰਘ ਜੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਰਹੇ, ਉਹਨਾਂ ਦੇ ਉਦਮ ਦੇ ਨਾਲ ਮਹਾਂਪੁਰਖ 2-2 ਮਹੀਨੇ ਨਗਰ ਵਿੱਚ ਰਹਿ ਕੇ ਕਥਾ ਕਰਿਆ ਕਰਦੇ। ਇੱਕ ਵਾਰ ਕਥਾ ਕਰ ਰਹੇ ਸਨ, ਕਥਾ ਕਰਦਿਆਂ ਹੋਇਆਂ ਸੁੰਨ ਸਮਾਧੀਆਂ ਦੀ ਸਾਖੀ ਸੁਣਾਉਣੀ ਆਰੰਭ ਕੀਤੀ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਕਰਾਏ ਸਨ। ਔਰ ਇਸ ਸਾਖੀ ਵਿੱਚ ਵਿਆਖਿਆ ਆਉਂਦੀ ਹੈ, ਸੋ ਕੁੜੀ ਵੇਚਣ ਵਾਲੇ ਲੜਕੀਆਂ ਦੇ, ਧੀਆਂ ਭੈਣਾਂ ਦੇ ਪੈਸੇ ਲੈ ਕੇ ਵਿਆਹ ਕਰਨ ਵਾਲਿਆਂ ਦੀ ਹਾਲਤ। ਸੋ ਜਦੋਂ ਉਸ ਸਾਰੀ ਹਾਲਤ ਦਾ ਵਰਣਨ ਕੀਤਾ ਔਰ ਇਸ ਬੁਰਾਈ ਵਿਰੁੱਧ ਜੋ ਕਿ ਉਹਨਾਂ ਦਿਨਾਂ ਵਿੱਚ ਜ਼ੋਰਾਂ ਤੇ ਚੱਲਦੀ ਸੀ, ਕਈਆਂ ਥਾਵਾਂ ਤੇ ਅੱਜ ਵੀ ਇਹ ਬੁਰਾਈ ਹੈ ਕਿ ਪੈਸੇ ਲੈ ਕੇ ਧੀਆਂ ਭੈਣਾਂ ਵੇਚੀਆਂ ਜਾਂਦੀਆਂ, ਵਿਆਹੀਆਂ ਜਾਂਦੀਆਂ, ਇਸ ਬੁਰਾਈ ਦੇ ਵਿਰੁੱਧ ਗੁਰਮਤਿ ਦੀ ਰੋਸ਼ਨੀ ਵਿੱਚ ਮਹਾਂਪੁਰਖਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ। ਔਰ ਨਾਲ ਹੀ ਰਹਿਤਨਾਮਿਆਂ ਵਿੱਚੋਂ ਬਚਨ ਸੁਣਾਏ ਕਿ ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਇੰਨੇ ਭਾਵਪੂਰਤ ਲਹਿਜੇ ਦੇ ਵਿੱਚ ਆਪ ਜੀ ਨੇ ਗੁਰਮਤਿ ਦਾ ਉਹ ਪ੍ਰਚਾਰ ਸੁਣਾਇਆ। ਨਗਰ ਦਾ ਵਸਨੀਕ ਫੌਜਾ ਸਿੰਘ ਉਸ ਵੇਲੇ ਸੰਗਤ ਵਿੱਚ ਭੁੱਬਾ ਮਾਰ ਕੇ ਰੋ ਪਿਆ ਸੀ। ਸੋ ਸਾਰੀ ਸੰਗਤ ਹੈਰਾਨ ਰਹਿ ਗਈ। ਉਠਾਇਆ ਮਹਾਂਪੁਰਖਾਂ ਨੇ, ਭਾਈ ਕੀ ਗੱਲ ਹੈ, ਕਿਉਂ ਰੋਂਦਾ ਹੈ? ਕਹਿਣ ਲੱਗਾ, ਮਹਾਂਪੁਰਖੋ ਆਪ ਜੀ ਦੇ ਮੂੰਹੋਂ ਅੱਜ ਇਹ ਬਚਨ ਸੁਣ ਕੇ ਮੇਰਾ ਹਿਰਦਾ ਕੰਬ ਗਿਆ। ਮੇਰਾ ਕੀ ਬਣੇਗਾ, ਮੇਰੀ ਕੀ ਹਾਲਤ ਹੋਵੇਗੀ? ਮੈਂ ਆਪਣੀ ਲੜਕੀ 5000 ਰੁਪਏ ਲੈ ਕੇ ਵਿਆਹੀ ਹੈ। ਸੋ ਸਾਰੇ ਹੈਰਾਨ ਰਹਿ ਗਏ। ਮਹਾਂਪੁਰਖਾਂ ਨੇ ਕੋਲ ਬੁਲਾਇਆ, ਭਾਈ ਸਤਿਗੁਰੂ ਜੀ ਬਖਸ਼ਿੰਦ ਹਨ, ਬਖਸ਼ਣਹਾਰ ਹਨ, 5000 ਰੁਪਏ ਦਾ ਪ੍ਰਬੰਧ ਕਰ ਔਰ ਆਪਣੇ ਕੁੜਮਾਂ ਨੂੰ, ਆਪਣੀ ਲੜਕੀ ਦੇ ਸਹੁਰੇ ਪਰਿਵਾਰ ਨੂੰ ਬੁਲਾ ਤੇ ਇੱਥੇ ਸੰਗਤ ਵਿੱਚ ਉਹ ਪੈਸੇ ਉਹਨਾਂ ਦੇ ਵਾਪਸ ਕਰਕੇ ਸਰਕਾਰਾਂ ਕੋਲੋਂ ਖਿਮਾ ਮੰਗੋ। ਸਤਿਗੁਰੂ ਜੀ ਖਿਮਾ ਕਰਨ ਵਾਲੇ ਨੇ, ਬਖਸ਼ ਲੈਂਦੇ ਨੇ। ਸੋ ਉਸ ਵੇਲੇ ਭਾਈ ਫੌਜਾ ਸਿੰਘ ਨੇ ਸੋ ਆਪਣੇ ਕੁੜਮਾਂ ਨੂੰ ਸੁਨੇਹਾ ਭੇਜ ਕੇ ਉੱਥੇ ਬੁਲਾਇਆ ਔਰ ਸਮੁੱਚੀ ਸੰਗਤ ਦੇ ਵਿੱਚ 5000 ਰੁਪਏ ਉਹਨਾਂ ਨੂੰ ਵਾਪਸ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਉਸ ਕਰਮ ਦੀ ਮੁਆਫੀ ਮੰਗੀ ਔਰ ਫਿਰ ਗੁਰਮਤਿ ਦੇ ਪ੍ਰਚਾਰ ਦਾ ਇੰਨਾ ਅਸਰ ਉਹਨਾਂ ਦੇ ਮਨ ਤੇ ਹੋਇਆ ਕਿ ਫਿਰ ਅੰਮ੍ਰਿਤ ਦੀ ਦਾਤ ਦੀ ਜਾਚਨਾ ਕੀਤੀ। 5 ਪਿਆਰਿਆਂ ਨੇ ਅੰਮ੍ਰਿਤ ਛਕਾਇਆ। ਅੱਜ ਵੀ ਭਾਈ ਫੌਜਾ ਸਿੰਘ ਦਾ ਆਰ ਪਰਿਵਾਰ ਪੂਰਨ ਤੌਰ ਤੇ ਗੁਰਮਤਿ ਗੁਰਸਿੱਖੀ ਦੇ ਵਿੱਚ ਪਰਪੱਕ ਹੈ। ਘਰ ਅੰਦਰ ਬਾਣੀ ਅਤੇ ਬਾਣੇ ਦਾ ਪ੍ਰਭਾਵ ਹੈ। ਇਹ ਉਹਨਾਂ ਮਹਾਂਪੁਰਖਾਂ ਦੇ ਪ੍ਰਚਾਰ ਦਾ ਫਲ ਹੈ। ਸੋ ਐਸੀ ਆਪ ਜੀ ਦੇ ਬਚਨਾਂ ਦੀ ਮਿਕਨਾਤੀਸੀ ਖਿੱਚ, ਜਿਸ ਨੇ ਸੋ ਸ਼ਰਧਾ ਭਾਵਨਾ ਨਾਲ ਬਚਨ ਸੁਣੇ, ਜ਼ਰੂਰ ਬਰ ਜ਼ਰੂਰ ਉਹਦੇ ਮਨ ਤੇ ਗੁਰਮਤਿ ਸਿਧਾਂਤਾਂ ਦਾ ਐਸਾ ਅਸਰ ਹੋਇਆ ਕਿ ਉਸ ਦੇ ਹਿਰਦੇ ਵਿੱਚ ਗੁਰਮਤਿ ਦੀ ਗੁਰਸਿੱਖੀ ਦੀ ਪਰਪੱਕਤਾ ਹੋਈ। ਬੜੇ ਬੜੇ ਆਪ ਜੀ ਦੇ ਬਚਨ ਐਸੇ ਆਉਂਦੇ ਨੇ। ਸੋ ਇਸੇ ਪ੍ਰਕਾਰ ਸਮੁੱਚੇ ਹਿੰਦੁਸਤਾਨ ਭਰ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਤੇ ਇੰਨਾ ਮਾਣ ਸਤਿਕਾਰ ਹੋਣ ਦੇ ਬਾਵਜੂਦ ਵੀ ਫਿਰ ਆਪ ਨਿਮਾਣੇ ਨਤਾਣੇ ਹੋ ਕੇ ਰਹਿਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਨਿਤਨੇਮ ਸੋ ਆਪ ਜੀ ਨੇ ਸਿੰਘਾਂ ਦੇ ਕੋਲੋਂ ਸੁਣਨਾ ਔਰ ਜਿਹੜੇ ਸਿੰਘ ਸੁਣਾਉਂਦੇ ਸਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਰੱਖਣਾ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਔਰ ਆਪ ਜੀ ਇਹਨਾਂ ਕੋਲੋਂ ਬਾਣੀ ਸੁਣਿਆ ਕਰਿਆ ਕਰਦੇ ਸਨ। ਪਹਿਲਾ 5 ਬਾਣੀਆਂ ਦਾ ਨਿਤਨੇਮ, ਫਿਰ ਸੁਖਮਨੀ ਸਾਹਿਬ, ਆਸਾ ਦੀ ਵਾਰ, ਦੱਖਣੀ ਓੰਕਾਰ, ਸਿੱਧ ਗੋਸ਼ਟ, 52 ਅੱਖਰੀ, ਜੈਤ ਸ੍ਰੀ ਦੀ ਵਾਰ,
राय बलवंड की राम कली की वार, इसे तरह 9वें पातशाह के श्लोक, चंडी दी वार, ये सारी बाणी और फिर इस तो अलावा श्री गुरु ग्रंथ साहिब जी के 25 पत्रे भाव 50 अंग सहज पाठ, ये हर रोज इन्ना नितनेम आप जी सरवण करया करते सन और संत करतार सिंह जी आप जी नूं सुनाया करते सन। ते जदों बाणी सुनते सन तां उस वेले संत करतार सिंह जी नूं अपने तो उच्चे आसन ते बिठाउणा ताकि गुरबाणी का सत्कार कायम रहे और फिर अपनी मान वडियाई नूं कदे अपनी मान वडियाई नहीं बल्कि सदा सदा वास्ते गुरु की मान वडियाई जाने। सो एक बार कलकत्ते की संगत के सद्दे उपर जथा कलकत्ते प्रचार वास्ते गया। महापुरख उस वेले क्योंकि अपनियां कोई बहुतियां गड्डियां नहीं सन, सो उस वेले बहुती रेल गड्डी राही बहुती यात्रा पंजाबों बाहर दी होया करदी सी। रेल गड्डी ते सवार होके कलकत्ते स्टेशन ते पहुंचे। कलकत्ते की संगत ने इन्ना ज्यादा सत्कार किया, तकरीबन 150 सिंघां दा जथा महापुरखां दे नाल सी। जिन्ने सिंह सन कलकत्ते की संगत उन्नियां ही कारां स्टेशन ते लैके आए। ये ख्याल करके किसी भी कार विच 2 सिंह नहीं बैठणगे, इकल्ले इकल्ले सिंह नूं एक एक कार विच बिठाउणा है। किन्ना वड्डा सत्कार कीता जथे दा। और जिस वेले सो रेल गड्डी पहुंची महापुरख जथे समेत गड्डी विचों उतरे। समुचे जथे दा एक वर्णनयोग स्वागत कलकत्ते की संगत वालों कीता गया जो अपनी मिसाल केवल आप ही सी। बड़ी शानो शौकत दे नाल बड़े अदब सत्कार दे नाल तकरीबन 150 गड्डियां दा काफला सारे जथे नूं नाल लैके स्टेशन तो गुरुद्वारा साहिब नूं रवाना होया। सो काजी काट महला गुरुद्वारा जगत सुधार उथे जथे दे आसन लगे और उथे महापुरखां ने गुरमत प्रचार गुरबाणी कथा दा प्रवाह चलाया और उथों सेंटर बना के होर सारे कलकत्ते शहर दे जो वखरे वखरे टाउनां दे गुरुद्वारे सन सारियां विच ही दीवान सजदे रहे। भारी गुरमत दा प्रचार होया और तकरीबन 1 महीना कलकत्ते दीयां संगतां ने गुरबाणी दी नाम अमृत वर्खा दा आनंद माणिया। और उथों फिर महापुरखां ने अगे पटना साहिब नूं जथे समेत चाले पाउणी सी। कलकत्ते दी संगत ने प्रोग्राम बनाया कि समुचे जथे नूं महापुरखां नूं एक भारी नगर कीर्तन दी शक्ल विच विदायगी दित्ती जावेगी। भाव गुरुद्वारा साहिब तो स्टेशन तक भारी नगर कीर्तन संगतां दा जावेगा। बड़े सत्कार नाल बड़ी शानो शौकत नाल जथे नूं विदा कीता जावेगा। कि जिस वेले इस तैयारी का महापुरख संत बाबा गुरबचन सिंह जी नूं पता लगा सो उस वेले जिस दिन चाले पाउणी सी उस दिन आखिरी दिन कुछ सिंघां नूं अपने नाल लिया संतां ने जिन्हां विच महापुरख बाबा ठाकुर सिंह जी संत करतार सिंह जी ते भाई करम सिंह जी 1-2 सिंह होर सन। इन्हां नूं नाल लैके सो जथे दे सिंघां नूं अपने पिछे आउण लई कह के महापुरख किसी प्रबंधक नूं दसे बिना चुप चपीते ही स्टेशन ते पहुंच गए। उधर संगतां तैयारी कर रही सन कि महापुरखां नूं जथे समेत बड़ी शानो शौकत नाल विदायगी देनी है, नगर कीर्तन की शक्ल विच सो उथे स्टेशन ते जाना है। पर आप जी सो चुप चुपीते ही बिना किसी प्रबंधक नूं दसिया कुछ सिंघां नूं लैके स्टेशन ते पहुंच गए। बाकी सिंघां नूं पिछे आउण लई कह दिता। जदों संगतां नूं पता लगा कि महापुरख तां स्टेशन ते चले गए ने सो उस वेले बाकी जथे नूं नाल लैके संगतां स्टेशन ते पहुंचियां। कुछ रोस भी जाहिर किया कि महापुरखो असीं तां इह प्रोग्राम बनाया सी, संगतां दे मन दी रीझ मन विच ही रह गई। तां उस वेले समुची संगत अगे हथ जोड़ बेनती कीती सी, साध संगत जी जिन्ना सत्कार तुसीं साडा करन वास्ते प्रोग्राम बना रहे सी असीं इस सत्कार दे पात्र नहीं। इन्ना सत्कार तां मेरे सतगुरु श्री गुरु ग्रंथ साहिब सच्चे पातशाह दा होना चाहिदा है। सो वध तो वध सत्कार श्री गुरु ग्रंथ साहिब जी का करिए, किसी मनुख का इन्ना सत्कार करना जायज नहीं। भाई ये सारा नगर कीर्तन की शक्ल दे विच लिजाना, ये नगर कीर्तन में श्री गुरु ग्रंथ साहिब जी ही सुशोभित हो सकते हैं। किसी मनुख वास्ते सो हड चम दे बने पुतले दे वास्ते इन्ना सत्कार करना कदे भी योग नहीं। तुहाडियां भावनावां नूं जो ठेस पहुंची है उसकी भी खिमा मंगते हैं, पर यह सत्कार केवल ते केवल मेरे गुरु का होना चाहिए। गुरु के सत्कार के बराबर किसी मनुख का सत्कार नहीं होना चाहिए, भावें वह किड्डा भी महात्मा क्यों ना होवे। ये उस वेले संगत विच आप जी ने वचन कीते सन। सो आप जी की निमरता का अंदाजा लगाया जा सकता है और समझा जा सकता है कि कितना सत्कार श्री गुरु ग्रंथ साहिब का आप जी के मन में सी। और कदे भी गुरु की बराबरी तां की करनी, सतगुरु सच्चे पातशाह जी दे सो नाल गुरु के बराबर बहण दा जां इन्ना सत्कार करन दा ख्याल मात्र भी चित अंदर नहीं सी लिआंदा। ते जे किसी ने गुरु के सत्कार बराबर सत्कार आप जी ने करन दी इच्छा भी जाहिर की, कदे भी आप जी ने प्रवानगी नहीं दिती। सो जदों कलकत्ते तो रेल गड्डी चल भी पई
उस वेले रस्ते विच भी आप जी ने यह बचन किया सी, करतार सिंघा ऐ जिहड़ा इन्ना सत्कार होया ना, ये सत्कार इस खलड़े का सत्कार नहीं समझना। शरीर नूं खलड़ा किया, यह सत्कार भाई कदे खलड़े का सत्कार ना समझना। यह सत्कार बाणी का है अते बाणे का है। आपां गुरु का बाणा पहने हैं, गुरु की बाणी सिंह पढ़ते ने, नितनेम करते हैं, आपां गुरु की बाणी का प्रचार करते हैं। भाई ये सत्कार सारा बाणी अते बाणे का है, शरीर का सत्कार नहीं। क्यों आप जी ने वचन किए सन। सो ऐसी गुरमत की भावना, ऐसी ब्रह्म ज्ञान की अवस्था, ऐसा गुरसिੱਖੀ का प्रेम, बाणी अते बाणे की परपक्ता, श्री गुरु ग्रंथ साहिब की सत्कार भावना आप जी के मन अंदर ऐसा उमाह चलता सी कि जिसका कोई अंत पारावार नहीं पाया जा सकता। महान शक्तियां समर्थावां के मालक होने के बावजूद भी हजार वस्तु नूं हमेशा जर के रखिया है, और जिस बल्ले किते कृपा भरी नजर नाल देखिया उसके जीवन आप जी ने बदल के रख दिते। सो अंत समा आया, ਮਹਿਤਾ नगर ਅੰਮ੍ਰਿਤਸਰ विखे भाई साहब भाई भान सिंह जी के घर। सो शरीर नूं कुछ तकलीफ सी, सो इउं आप जी ने इत्थे ਮਹਿਤੇ नगर ਦੇ विखे ही कथा आरंभ की हुई सी। सिंह बेला स्थान है ਮਹਿਤੇ पिंड के बार-बार इत्थे गुरबाणी की कथा आप जी कर रहे सन, और बसंत राग तक वो कथा संपूर्ण हुई सी। सो 15 हाड़ का दिहाड़ा 28 जून 1969 ईस्वी, जिस दिन अमृत वेले आप जी ने आखिरी सवास लिया, और इस तो 2.5 साल पहला दमदमी टकसाल की सेवा पटना साहिब विखे जदों श्री गुरु गोबिंद सिंह साहिब जी का 300 साला प्रकाश दिहाड़ा मनाउंदियां भारी राज पद्धरी समागम होया, और पटना साहिब विखे बेअंत संगतां ने सतगुरां दे प्रकाश दिवस ते पहुंच के हाजरियां भरियां। बेअंत कथा कीर्तन दे प्रवाह चले। तख्त साहिब वालों जो सरੋਪਾ आप जी नूं उस वेले बख्शिश किया गया समाप्ति वाले दिन, ਉਹ ਸਰੋਪਾ अगों तो आप जी ने संत करतार सिंह दे सीस ते सजा के वचन किया सी कि मेरे शरीर के बाद ये भाई करतार सिंह जी जत्थे की सेवा संभालणगे, और ये दमदमी टकसाल का सारा प्रबंध चला के गुरमत प्रचार नूं जारी रखणगे। वचन किया सी कि महापुरखों का मैनू हुक्म सी कि जिन्ना चिर शरीर कायम है सेवा करनी। हुण तक सतगुरां ने सेवा लई है, जिन्ना चिर तक शरीर कायम रहे सतगुरु की सेवा लेंदे रहण। दास के शरीर उपरंत भाई करतार सिंह जी इस सेवा नूं अगे संभालणगे। इउं आप जी ने बख्शिश की सी। पर धन धन महापुरुष संत बाबा करतार सिंह जी भी ये सेवा प्राप्त करके भी 2.5 साल निमाणी सेवादार वजों आप जी नाल विचरते रहे। मन विच रति पर भी हंकता हंकार नहीं सी आउण दिता कि अगों तो मैं जथे दा मुखी बनना है। भाई जड़ा पूर्ण अवस्था वाला होवे, ये महान वडियाई बख्शिश मिलती ही उस नूं है, ते जिसदे कोले ब्रह्म ज्ञान की पूर्ण अवस्था होवे वो निमरता का भंडार होया करदा है। महापुरखों की संगत जिन्हां जिन्हां गुरमुखां प्यारियां ने कीती, और जिन्हां जिन्हां ने नाम बाणी के सिमरन दे विच तारियां लाइयां, उन्हां दे जीवन दूसरियां वास्ते भी मिसाल बने। 15 हाड़ और 28 जून 1969 ईस्वी ਮਹਿਤੇ नगर विखे सो आप जी ने सचखंड चलाना किया। होर हिरदे विच कौतुक वापरिया। सो आप जी की संगत विच रहा करदा सी उड़ीसा तो आके गुरु का प्यारा भाई गुरमुख सिंह, जो कि एक गैर सिख परिवार विचों सी, पर महापुरखों की प्रचार लहर तो प्रभावित होकर जथे विच शामिल होया, गुरु का सिंह सदिया, और भाई गुरमुख सिंह उसका नाम रखा गया। और भाई गुरमुख सिंह उड़ीसा जी ने बिल्कुल निष्काम होकर जथे विच सेवा की, सिमरन किया, बंदगी की, ब्रह्म विद्या की दात प्राप्त की। बड़ी निमरता नाल महापुरखों की सेवा करया करदे सन। ते एक दिन जदों सेवा कर रहे सन तां पुछ ही लिया संत बाबा गुरबचन सिंह जी ने, दस भाई उड़ीसिया तेरे मन विच की संकल्प है। उस वेले हाथ जोड़ बेनती की, गुरु की बाणी की पंक्ति पढ़ी, महापुरखो तुम हर सेती राते संत हो, निबाहे लेहो मोको पुरख विधाते, ओर पहुंचावो दाते। महापुरखो तुसी परमेश्वर नाल मिले हो, मैनू भी मेल लवो, कृपा करो आप जी दे नाल मेरी प्रीति ओरक तक निभ जावे, और प्रभु दे नाल प्रीति मेरी निभ जावे। महापुरखों गंभीर होकर वचन किया, भाई जे सतगुरां नूं पाया तां निभ जावेगी। सो जिस वेले सो इउं 15 हाड़ वाले दिन अमृत वेले 2 बजे महापुरखों ने अपना शरीर त्यागया, सचखंड नूं चाले पाए। सो पिंडों बार-बार एक बहक ते आसन सन जथे दे, उथों भाई गुरमुख सिंह उड़ीसा जी अब्बड़वाए उठे, नाल दे ਸਿੰਘਾਂ नूं कहण लगे मैनूं महापुरख आवाजां मार रहे ने। वो कहण लगे नहीं तैनूं सुपना आया होवेगा, पर भाई गुरमुख सिंह जी कहने लगे नहीं, मैनू महापुरखों ने आप आवाज मारी है, मैनू आप कहा आ गुरमुख सिंघा चलीए। सो इउं बचन किया है,
ਇਉਂ ਕਹਿ ਕੇ ਉਹ ਭਾਈ ਗੁਰਮੁਖ ਸਿੰਘ ਜੀ ਉੱਥੋਂ ਚੱਲੇ। ਪਰ ਜਿਸ ਵੇਲੇ ਸੋ ਭਾਈ ਭਾਨ ਸਿੰਘ ਜੀ ਦੇ ਘਰੇ ਜਿੱਥੇ ਮਹਾਂਪੁਰਖਾਂ ਦਾ ਆਸਣ ਸੀ ਤੇ ਜਿੱਥੇ ਸਰੀਰ ਤਿਆਗਿਆ ਸੀ, ਇੱਥੇ ਪਹੁੰਚੇ ਪਤਾ ਲੱਗਾ ਕਿ ਮਹਾਂਪੁਰਖ ਸਰੀਰਕ ਵਿਛੋੜਾ ਦੇ ਗਏ ਨੇ। ਬੜੇ ਵੈਰਾਗ ਵਿੱਚ ਆਏ ਔਰ ਆਪ ਜੀ ਨੇ ਸਰੀਰ ਤਿਆਗਣ ਵੇਲੇ ਬਚਨ ਕੀਤਾ ਸੀ, ਇਸ ਤੋਂ ਪਹਿਲਾਂ ਵੀ ਬਚਨ ਕੀਤਾ ਸੀ ਕਿ ਸਾਡੇ ਸਰੀਰ ਦਾ ਸੰਸਕਾਰ ਪਤਾਲਪੁਰੀ ਵਿਖੇ ਕਰਨਾ। ਸੋ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਪ ਜੀ ਦੇ ਬਚਨ ਮੁਤਾਬਕ ਸੋ ਸਾਰੀ ਸੰਗਤ ਵਿੱਚ ਅਨਾਉਂਸ ਕਰਵਾ ਦਿੱਤਾ ਕਿ ਪਾਤਾਲਪੁਰੀ ਵਿਖੇ ਸੰਸਕਾਰ ਹੋਵੇਗਾ। ਸੋ ਉਸ ਵੇਲੇ ਸੰਗਤਾਂ ਦੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਪਾਤਾਲਪੁਰੀ ਸੰਗਤਾਂ ਮਹਾਂਪੁਰਖਾਂ ਦੇ ਸਰੀਰ ਨੂੰ ਲੈ ਕੇ ਪਹੁੰਚੀਆਂ ਔਰ ਉੱਥੇ ਸਤਲੁਜ ਦਰਿਆ ਦੇ ਕਿਨਾਰੇ ਤੇ ਚਿਖਾ ਚੁਣ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਜਿਸ ਵੇਲੇ ਸੋ ਸਰੀਰ ਉੱਪਰ ਰੱਖਿਆ ਗਿਆ, ਸੋ ਲਾਂਬੂ ਲਾਇਆ ਗਿਆ, ਅਗਨੀ ਲਟ ਲਟ ਬਲੀ, ਆਪਣੇ ਪਰਮੇਸ਼ਰ ਦੇ ਪਿਆਰੇ ਨੂੰ ਅੱਗ ਦੀਆਂ ਲਾਟਾਂ ਨੇ ਆਪਣੇ ਵਿੱਚ ਸਮੇਟਿਆ। ਉਸ ਵੇਲੇ ਭਾਈ ਗੁਰਮੁਖ ਸਿੰਘ ਉੜੀਸਾ ਰਹਿ ਨਾ ਸਕੇ। ਇਸ਼ਨਾਨ ਕੀਤਾ ਸਰੋਵਰ ਦੇ ਵਿੱਚ, ਸਤਿਗੁਰੂ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ, ਮੱਥਾ ਟੇਕਿਆ, ਜਪਜੀ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਉਪਰੰਤ ਕੀਰਤਨ ਸੋਹਲੇ ਦਾ ਪਾਠ ਕਰਕੇ ਮੱਚਦੀ ਹੋਈ ਚਿਖਾ ਵਿੱਚ ਛਾਲ ਮਾਰ ਕੇ ਮਹਾਂਪੁਰਖਾਂ ਦੇ ਸਰੀਰ ਨੂੰ ਜੱਫਾ ਪਾ ਲਿਆ ਸੀ। ਇੰਨਾ ਸੋ ਜ਼ਿਆਦਾ ਪ੍ਰੇਮ ਆਪਣੇ ਹਿਰਦੇ ਦਾ ਜਤਾਇਆ। ਸੋ ਇਉਂ ਸੀਸ ਉੱਪਰ ਚੁੱਕਿਆ ਹੋਇਆ ਸੀ। ਸੋ ਜਿਉਂਦੇ ਸਰੀਰ ਨੂੰ ਅੱਗ ਸਾੜ ਰਹੀ ਸੀ, ਪਰ ਕੋਈ ਉਫ ਹਾਏ ਜਾਂ ਸੀ ਨਹੀਂ ਗਈ। ਆਪਣੇ ਪਿਆਰੇ ਮਹਾਂਪੁਰਖਾਂ ਦੇ ਵਿਜੋਗ ਦੇ ਵਿੱਚ ਆਪ ਵੀ ਨਾਲ ਹੀ ਸੱਚਖੰਡ ਨੂੰ ਚਲੇ ਗਏ। ਇਹ ਉਸ ਵੇਲੇ ਅਦਭੁਤ ਕੌਤਕ ਇੱਕ ਵਾਪਰਿਆ ਸੀ। ਸਾਰਾ ਜਥਾ ਵੈਰਾਗ ਦੇ ਵਿੱਚ, ਸਮੁੱਚੀਆਂ ਸਿੱਖ ਸੰਗਤਾਂ ਵੈਰਾਗ ਦੇ ਵਿੱਚ। ਸੋ ਇਉਂ ਸਾਰੀ ਕੌਮ ਦੀ ਲੀਡਰਸ਼ਿਪ ਪਹੁੰਚੀ ਹੋਈ ਸੀ। ਸੋ ਉਸ ਵੇਲੇ ਸਾਰਿਆਂ ਨੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਆਪ ਜੀ ਦੇ ਸੰਸਕਾਰ ਉਪਰੰਤ ਸਮੁੱਚਾ ਅੰਗੀਠਾ ਜਲ ਪ੍ਰਵਾਹ ਕੀਤਾ ਗਿਆ। ਔਰ ਆਪ ਜੀ ਦੀ ਇਹ ਪੱਕੀ ਹਦਾਇਤ ਸੀ ਕਿ ਸਾਡੀ ਇਉਂ ਚਿਖਾ ਦੀ ਕੋਈ ਨਿਸ਼ਾਨੀ ਨਾ ਬਣਾਈ ਜਾਵੇ, ਤਾਂ ਕਿ ਕੋਈ ਬਾਅਦ ਵਿੱਚ ਸ਼ਰਧਾ ਵਸ ਉਸ ਸਮਾਧ ਨੂੰ ਹੀ ਨਾ ਪੂਜਣ ਲੱਗ ਪਵੇ। ਸੋ ਉਸ ਦੇ ਅਨੁਸਾਰ ਸਾਰਾ ਅੰਗੀਠਾ ਜਲ ਪ੍ਰਵਾਹ ਕਰਕੇ ਉਸ ਜਗ੍ਹਾ ਨੂੰ ਪੱਧਰਾ ਕਰ ਦਿੱਤਾ ਗਿਆ। ਕੋਈ ਨਿਸ਼ਾਨੀ ਉੱਥੇ ਉਸ ਚਿਖਾ ਦੀ ਬਾਕੀ ਨਾ ਰਹਿਣ ਦਿੱਤੀ ਗਈ। ਗੁਰਮਤਿ ਦੇ ਸਿਧਾਂਤ ਦੀ ਪ੍ਰਪਕਤਾ ਵੱਲੇ ਖਾਸ ਤੌਰ ਤੇ ਖਿਆਲ ਦਿੱਤਾ ਗਿਆ। ਸੋ ਇਹ 15 ਹਾੜ ਦਾ ਦਿਨ, ਜਿਸ ਦਿਨ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਕੌਮ ਦੀ ਮਹਾਨ ਸੇਵਾ ਨਿਭਾਉਂਦਿਆਂ ਔਰ ਆਪਣਾ ਸਮੁੱਚਾ ਜੀਵਨ ਸੇਵਾ ਤੇ ਸਿਮਰਨ ਨੂੰ ਸਮਰਪਿਤ ਕਰਕੇ ਔਰ ਗੁਰਮਤਿ ਦਾ ਭਾਰੀ ਪ੍ਰਚਾਰ ਕਰਕੇ ਬੇਅੰਤ ਜੀਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਬੇਅੰਤ ਨੂੰ ਸ਼ੁੱਧ ਪਾਠੀ ਤੇ ਵਿਦਵਾਨ ਬਣਾ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਅਭੇਦ ਹੋਏ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਮਿਲ ਕੇ ਬੈਠੇ ਆ। ਗੁਰਬਾਣੀ ਦਾ ਫਰਮਾਨ ਹੈ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਮਹਾਂਪੁਰਖਾਂ ਦੀ ਯਾਦ ਵਿੱਚ ਬੈਠਿਆ ਹੋਇਆ ਭਾਈ ਅਸੀਂ ਉਹਨਾਂ ਮਹਾਂਪੁਰਖਾਂ ਦੇ ਸੰਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਜੋ ਉਹਨਾਂ ਨੇ ਸਾਨੂੰ ਗੁਰਮਤਿ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ, ਜੋ ਸਿੱਖਿਆ ਦਿੱਤੀ ਹੈ ਬਾਣੀ ਬਾਣੇ ਦੇ ਧਾਰਨੀ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਗੁਰੂ ਕੇ ਲੜ ਲੱਗਣਾ ਔਰ ਇੱਕੋ ਇੱਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਆਪਣਾ ਅਥਾਹ ਨਿਸ਼ਚਾ ਰੱਖਣਾ, ਭਰੋਸਾ ਰੱਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਹੋਰ ਕਿਸੇ ਨੂੰ ਗੁਰੂ ਨਾ ਮੰਨਣਾ। ਐਸੀਆਂ ਗੁਰਮਤਿ ਦੀਆਂ ਸਿੱਖਿਆਵਾਂ ਮਹਾਂਪੁਰਖਾਂ ਦ੍ਰਿੜ ਕਰਾਈਆਂ। ਅੱਜ ਤਿੰਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ ਬੈਠਿਆ ਹੋਇਆ ਆਪਾਂ ਇਹਨਾਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਅੰਦਰ ਪ੍ਰਪੱਕ ਕਰੀਏ। ਦੇਹਧਾਰੀ ਦੰਭੀਆਂ ਪਖੰਡੀਆਂ ਗੁਰੂਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ, ਅੰਮ੍ਰਿਤਧਾਰੀ ਬਣੀਏ, ਬਾਣੀ ਬਾਣੀ ਵਿੱਚ ਪ੍ਰਪੱਕ ਹੋਈਏ ਔਰ ਆਪਣੇ ਜੀਵਨ ਨੂੰ ਸਫਲਿਆ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।